ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਤੂੰ ਠਾਕਰੋ ਬਹਿਰਾਗਰੋ ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਰੇਣ ਹੋਵੀਜੈ ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾਮ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾਮ। ਮਾਧੋ ਜਲ ਕੀ ਪਿਆਸ ਨ ਜਾਏ ਜਲ ਮਹਿ ਅਗਨ ਉਠੀ ਅਧਕਾਏ। ਤੂੰ ਜਲ ਨਿਧ ਹੋ ਜਲ ਕਾ ਮੀਨ ਜਲ ਮੈਂ ਰਹੂੰ ਜਲ ਬਿਨ ਖੀਨ। ਤੂੰ ਪਿੰਜਰ ਹੋ ਸੁਵਟਾ ਤੋਰ ਜਮ ਮੰਜਾਰ ਕਹਾਂ ਕਰ ਮੋਰ। ਤੂੰ ਤਰਵਰ ਹੋ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਸਤਿਗੁਰ ਹੋ ਨਉ ਤਨ ਚੇਲਾ ਕਹੈ ਕਬੀਰ। ਮਿਲ ਅੰਤ ਕੀ ਬੇਲਾ ਹਮ ਅਵਗੁਣ ਭਰੇ ਏਕ ਗੁਣ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ।
ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਜੁ ਦਰਸ਼ਨ ਪਰਸੈ ਗੁਰੂ ਕੈ ਜਨਮ ਹੋਵੈ ਸਿਫਤ ਖਸੰਬੰਧੀ ਨੂਰ ਅਰਸਹੁ ਕੁਰ ਸਹੁ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾ। ਗੁਰ ਆਪਣੇ ਉਪਰ ਬਲ ਜਾਈਐ ਆਠ ਪਹਰ ਹਰ ਹਰ ਜਸ ਗਾਈਐ। ਗੁਰ ਆਪਣੇ ਉਪਰ ਬਲ ਜਾਈਐ ਆਠ ਪਹਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੇ। ਰਹਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਸਾਚੇ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ। ਕਾਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ। ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਕਿਰਪਾ ਦੇ ਪਾਤਰ ਬਣ ਰਹੇ ਹੋ। ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ
ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸੋਹੇ ਮਹੱਲਾ ਪੰਜਵਾ। ਗੁਰ ਆਪੋਨੇ ਉਪਰ ਬਲ ਜਾਈਐ। ਰਾਗ ਸੋਹੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਆਪਣੇ ਸਤਿਗੁਰਾਂ ਤੋਂ ਵਾਰੇ-ਵਾਰੇ ਜਾਈਏ। ਐਸੇ ਗੁਰੂ ਤੋਂ ਬਲਿਹਾਰ ਜਾਈਏ ਜਿਹੜੇ ਆਪ ਮੁਕਤ ਨੇ ਔਰ ਸਾਨੂੰ ਮੁਕਤ ਕਰਨ ਵਾਲੇ ਹਨ। ਆਪ ਮੁਕਤ ਮੁਕਤ ਕਰੈ ਸੰਸਾਰ। ਆਪ ਸਤਿਗੁਰੂ ਜੀ ਬੰਧਨ ਤੋਂ ਮੁਕਤ ਨੇ ਤੇ ਸਾਨੂੰ ਬੰਧਨਾਂ ਤੋਂ ਮੁਕਤ ਕਰਨ ਵਾਲੇ ਹਨ। ਬੰਧਨ ਕੀ ਹੈ? ਜੋ ਨਹੀਂ ਹੈ ਉਸ ਨੂੰ ਸਤ ਕਰਕੇ ਜਾਣ ਕੇ ਉਹਦੇ ਵਿੱਚ ਮਮਤਾ ਦੀ ਬਿਰਤੀ ਨੂੰ ਜੋੜ ਲੈਣ ਦਾ ਨਾਮ ਹੈ ਬੰਧਨ। ਜੋ ਹੈ ਹੀ ਨਹੀਂ ਉਹਨੂੰ ਸਤ ਸਮਝ ਲੈਣਾ ਔਰ ਉਸ ਅੰਦਰ ਆਪਣੀ ਮੈਂ ਦੀ ਬਿਰਤੀ ਨੂੰ ਲਾਗੂ ਕਰ ਲੈਣਾ, ਉਸ ਨੂੰ ਬੰਧਨ ਕਹਿੰਦੇ ਨੇ। ਮੋਹ ਕੀ ਹੈ ਕਿ ਸਭ ਕੁਝ ਨਾਸ਼ਵਾਨ ਹੈ, ਵਿਨਸਣ ਵਾਲਾ ਤੇ ਸਤ ਪਰਮੇਸ਼ਰ ਦਾ ਸਰੂਪ ਹੈ। ਉਸ ਵਕਤ ਤੇ ਬੰਧਨ ਕੱਟਿਆ ਜਾਂਦਾ। ਸਤਿਗੁਰਾਂ ਦੀ ਦਇਆ ਮਾਇਆ ਤੋਂ ਬਿਨਾਂ ਬੰਧਨ ਦੀ ਨਿਰਵਿਰਤੀ ਨਹੀਂ ਹੁੰਦੀ। ਜਦੋਂ ਵਿਦਿਆ ਕਰਕੇ ਅਗਿਆਨ ਕਰਕੇ ਸਾਨੂੰ ਸਾਡਾ ਨਿਜ ਸਰੂਪ ਭੁੱਲ ਜਾਂਦਾ ਹੈ ਤਾਂ ਉਸ ਵੇਲੇ ਅਸੀਂ ਉਸ ਬੰਧਨ ਵਿੱਚ ਬੰਨੇ ਜਾਂਦੇ ਹਾਂ, ਅਗਿਆਨ ਦੇ ਬੰਧਨ ਵਿੱਚ। ਗੁਰੂ ਪਾਤਸ਼ਾਹ ਜੀ ਉਸ ਅਗਿਆਨ ਦੇ ਬੰਧਨ ਨੂੰ ਦੂਰ ਕਰਦੇ ਨੇ ਆਪਣਾ ਗਿਆਨ ਦੇ ਕੇ ਕਿ ਤੂੰ ਹੀ ਉਹ ਸਵਰੂਪ ਹੈ ਜੋ ਸਤ ਹੈ। ਗੁਰਮੁਖ ਦੁਆਰਾ ਸੁਣਿਆ ਹੋਇਆ ਮਹਾਵਾਕ ਸਾਡੇ ਹਿਰਦੇ ਦੀ ਅਵਿਦਿਆ ਨੂੰ, ਸਾਡੇ ਹਿਰਦੇ ਦੇ ਅਗਿਆਨ ਨੂੰ ਨਿਵਾਰਦਾ ਹੈ। ਤੇ ਜਿਸ ਗੁਰੂ ਦੀ ਦਇਆ ਨਾਲ, ਜਿਸ ਗੁਰੂ ਦੇ ਤਰਸ ਨਾਲ ਸਾਡੇ ਅੰਦਰੋਂ ਅਵਿਦਿਆ ਚਲੀ ਜਾਏ, ਅਗਿਆਨ ਚਲਾ ਜਾਏ, ਐਸੇ ਗੁਰੂ ਤੋਂ ਬਲਿਹਾਰ ਜਾਈਏ। ਐਸੇ ਗੁਰੂ ਤੋਂ ਵਾਰੇ-ਵਾਰੇ ਜਾਈਏ। ਆਠ ਪਹਿਰ ਹਰ ਹਰ ਜਸ ਗਾਈਐ। ਅੱਠੇ ਪੈਰ ਨਿਰੰਤਰ ਲਗਾਤਾਰ ਇੱਕ ਰਸ, ਬਿਨਾਂ ਰੁਕਿਆਂ ਬਿਨਾਂ ਥੱਕਿਆਂ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਈਏ। ਬਿਨਾਂ ਆਲਸ ਕੀਤਿਆਂ, ਬਿਨਾਂ ਦਲਿੱਦਰ ਦੇ ਧਾਰਨ ਕੀਤਿਆਂ। ਅੱਠੇ ਪਹਿਰ ਨਿਰੰਤਰ ਇੱਕ ਰਸ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜਸ ਗਾਈਏ, ਉਹਦੀ ਸੋਭਾ ਕਥਨ ਕਰੀਏ ਔਰ ਆਪਣੇ ਗੁਰੂ ਦਾ ਜਸ ਗਾਈਏ। ਕਿਉਂਕਿ ਹਰੀ ਜਸ ਗਾਇਨ ਕੀਤਿਆਂ ਅੰਤःਕਰਨ ਦੀ ਮੈਲ ਦੀ ਨਿਰਵਿਰਤੀ ਹੁੰਦੀ ਹੈ। ਹਰੀ ਦਾ ਜਸ ਗਾਇਨ ਕੀਤਿਆਂ ਹਰੀ ਦੇ ਸ਼ੁਭ ਗੁਣ ਸਾਡੇ ਹਿਰਦੇ ਚ ਆ ਕੇ ਵਸਦੇ ਹਨ। ਤੋ ਅੱਠੇ ਪਹਿਰ ਨਿਰੰਤਰ ਲਗਾਤਾਰ ਇੱਕ ਰਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰੀਏ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਆਪਣੇ ਉਸ ਸੁਆਮੀ ਨੂੰ ਸਿਮਰੀਏ,
ਆਪਣੇ ਉਸ ਸੁਆਮੀ ਨੂੰ ਬਾਰੰਬਾਰ ਸਿਮਰੀਏ। ਬਾਰੰਬਾਰ ਅਠੇ ਪੈਰ ਨਿਰੰਤਰ ਇੱਕ ਰਸ। ਜਦੋਂ ਬਾਰ-ਬਾਰ ਸਿਮਰਾਂਗੇ, ਬਾਰੰਬਾਰ ਆਰਾਧਾਂਗੇ, ਤੇ ਨਾਮ ਅੰਮ੍ਰਿਤ ਹਿਰਦੇ ਵਿੱਚ ਆ ਕੇ ਵਸੇਗਾ। ਬਾਰ-ਬਾਰ ਜਪਣ ਦਾ ਹੁਕਮ ਹੈ। ਬਾਰ ਪ੍ਰਭ ਜਪੀਐ। ਇਹ ਗੁਰੂ ਪਾਤਸ਼ਾਹ ਦਾ ਹੁਕਮ ਹੈ ਸਾਡੇ ਸਾਰਿਆਂ ਪ੍ਰਤੀ। ਕਿਉਂਕਿ ਰਸਨਾ ਤੋਂ ਬਾਰੰਬਾਰ ਜਦੋਂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਾਂਗੇ ਤਾਂ ਉਹ ਸਾਡੇ ਜੀਵਨ ਦਾ ਇੱਕ ਅਨਿਖੜਵਾਂ ਅੰਗ ਬਣ ਜਾਏਗਾ। ਜੋ ਸਾਡੀਆਂ ਬਾਕੀ ਪ੍ਰਕਿਰਿਆਵਾਂ ਸਰੀਰ ਦੀਆਂ ਸੁੱਤੇ ਸਿੱਧ ਹੁੰਦੀਆਂ ਨੇ, ਇਹ ਵੀ ਚੱਲ ਪਏਗੀ। ਬਹੁਤ ਸਾਰੇ ਕੰਮ ਨੇ ਜੋ ਅਸੀਂ ਰੂਟੀਨ ਵਿੱਚ ਕਰਦੇ ਹਾਂ, ਉਹ ਸੁੱਤੇ ਸਿੱਧ ਹੁੰਦੇ ਚਲੇ ਜਾਂਦੇ ਨੇ। ਪਰ ਆਰੰਭ ਵਿੱਚ, ਸ਼ੁਰੂਆਤ ਵਿੱਚ ਉਹ ਕੰਮ ਸਾਨੂੰ ਕਰਨ ਵੇਲੇ ਖੇਚਲਾ ਮਹਿਸੂਸ ਹੁੰਦੀ ਹੈ। ਪਰ ਮਹੀਨਾ, 6 ਮਹੀਨੇ, ਸਾਲ, 2 ਸਾਲ, 10 ਸਾਲ ਤੋਂ ਫਿਰ ਉਹ ਕੰਮ ਬਾਰੰਬਾਰ ਜੋ ਕਰਦੇ ਹਾਂ, ਉਹ ਸਾਡੀ ਰੂਟੀਨ ਬਣ ਜਾਂਦੀ ਹੈ। ਫਿਰ ਉਹ ਛੁੱਟਦੀ ਨਹੀਂ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਬਾਰੰਬਾਰ ਕਰਦਿਆਂ ਇਹ ਵੀ ਫਿਰ ਸਾਡੇ ਜੀਵਨ ਦਾ ਆਧਾਰ ਬਣ ਜਾਏਗਾ। 40 ਦਿਨ ਤੱਕ ਲਗਾਤਾਰ ਕੋਈ ਪ੍ਰਕਿਰਿਆ ਅਸੀਂ ਰੋਜ਼ ਇੱਕ ਟਾਈਮ ਤੇ ਨਿਰੰਤਰ ਕਰਨ ਲੱਗ ਪਈਏ, 41ਵੇਂ ਦਿਨ ਉਹਦੀ ਆਦਤ ਬਣ ਜਾਂਦੀ ਹੈ। ਇਸੇ ਤਰ੍ਹਾਂ ਸਿਮਰਨ ਦੀ ਸਾਧਨਾ ਕਰਦਿਆਂ ਜਦੋਂ ਸਮਾਂ ਬੀਤਦਾ ਹੈ, ਤਿਵੇਂ ਉਹ ਨਾਮ ਸਿਮਰਨ ਹਿਰਦੇ 'ਚ ਪ੍ਰਪੱਕ ਹੁੰਦਾ ਚਲਿਆ ਜਾਂਦਾ ਹੈ। ਸਾਡੇ ਅੰਦਰ ਪੱਕਾ ਨਹੀਂ ਹੈ, ਪ੍ਰਪੱਕ ਨਹੀਂ ਹੈ, ਇਸੇ ਕਰਕੇ ਭੁੱਲ ਜਾਂਦਾ। ਸਾਧਕ ਸਾਧਨਾ ਕਰਦਿਆਂ ਜਦੋਂ ਉਹਨੂੰ ਆਪਣੇ ਹਿਰਦੇ 'ਚ ਪ੍ਰਪੱਕ ਕਰ ਲੈਂਦੇ ਹਨ, ਫਿਰ ਉਹ ਭੁੱਲਦਾ ਨਹੀਂ ਹੈ। ਪਾਤਸ਼ਾਹ ਕਹਿੰਦੇ, ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਆਪਣੇ ਉਸ ਸੁਆਮੀ ਨੂੰ, ਆਪਣੇ ਉਸ ਪ੍ਰਭੂ ਨੂੰ ਨਿਤ ਸਿਮਰੀਏ, ਨਿਤ ਧਿਆਈਏ। ਸਗਲ ਘਟਾਂ ਕਾ ਅੰਤਰ ਜਾਮੇ। ਉਹ ਸੰਸਾਰ ਦੇ ਸਾਰੇ ਘਟਾਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ। ਉਸ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੋਇਆ। ਸਾਰਿਆਂ ਘਟਾਂ ਦੇ ਅੰਦਰ ਕੀ ਵਰਤਦਾ ਹੈ, ਉਹ ਅੰਤਰਜਾਮੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜਾਣਦਾ ਹੈ। ਉਹਦੇ ਤੋਂ ਕੁਝ ਲੁਕਿਆ ਨਹੀਂ ਹੋਇਆ। ਹਾਂਜੀ। ਰਹਾਉ ਚਰਨ ਕਮਲ ਸਿਉ ਲਾਗੇ ਪ੍ਰੇਤ। ਨਿਰੰਕਾਰ ਦੇ ਉਸ ਪਵਿੱਤਰ ਚਰਨ ਕਮਲਾਂ ਦੇ ਨਾਲ ਮੇਰੀ ਪ੍ਰੀਤ ਲੱਗ ਗਈ ਹੈ। ਵਾਹਿਗੁਰੂ ਦੇ ਚਰਨ ਕਮਲਾਂ ਨਾਲ ਮੇਰੀ ਪ੍ਰੀਤ ਜੁੜ ਗਈ ਹੈ। ਲਗਾਤਾਰ ਨਿਰੰਤਰ ਇੱਕ ਰਸ ਵਾਹਿਗੁਰੂ ਦੇ ਚਰਨਾਂ ਨਾਲ ਮੇਰੀ ਪ੍ਰੀਤ ਜੁੜੀ ਹੈ। ਸਾਚੇ ਪੂਰਨ ਨਿਰਮਲ ਰੇਤ। ਮੇਰੇ ਉਸ ਸਾਹਿਬ ਦੀ ਜਿਹੜੀ ਪ੍ਰੀਤ ਹੈ ਉਹ ਸੱਚੀ ਹੈ ਔਰ ਪੂਰਨ ਪ੍ਰੀਤ ਹੈ। ਦੁਨੀਆ ਦੀਆਂ ਜਿਤਨੀਆਂ ਵੀ ਪ੍ਰੀਤਾਂ ਨੇ ਉਹ ਝੂਠੀਆਂ ਨੇ ਤੇ ਅਧੂਰੀਆਂ ਨੇ, ਪਰ ਮੇਰੇ ਸਾਹਿਬ ਦੇ ਚਰਨ ਕਮਲਾਂ ਦੀ ਪ੍ਰੀਤ ਜਿੱਥੇ ਸੱਚੀ ਹੈ ਉੱਥੇ ਪੂਰਨ ਵੀ ਹੈ। ਪੂਰਨ ਪ੍ਰੀਤ। ਅਧੂਰੀ ਪ੍ਰੀਤ ਉਹ ਹੁੰਦੀ ਹੈ ਜਿਹੜੀ ਅੱਧ ਵਿੱਚੋਂ ਟੁੱਟ ਜਾਏ, ਉਹ ਅਧੂਰੀ। ਅਧੂਰੀ ਇਸ ਕਰਕੇ ਸੀ ਕਿਉਂਕਿ ਝੂਠੀ ਹੈ, ਝੂਠੇ ਨਾਲ ਪ੍ਰੀਤ ਕੀਤੀ ਹੈ। ਝੂਠਾ ਕੀਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਉਹ ਝੂਠਿਆਂ ਦੀ ਪ੍ਰੀਤ ਝੂਠੀ ਇਸ ਕਰਕੇ ਅਧੂਰੀ। ਸੱਚੇ ਸਾਹਿਬ ਦੇ ਚਰਨਾਂ ਦੀ ਪ੍ਰੀਤ ਸੱਚੀ ਹੈ ਔਰ ਪੂਰਨ ਹੈ। ਇਹ ਸਰੀਰ ਛੁੱਟ ਜਾਣ ਤੋਂ ਬਾਅਦ ਵੀ ਉਹ ਪ੍ਰੀਤ ਨਾਲ ਨਿਭਦੀ ਹੈ। ਸਭ ਕੁਝ ਇਸ ਸਰੀਰ ਦੇ ਛੁੱਟਣ ਨਾਲ ਛੁੱਟ ਜਾਂਦਾ। ਸਾਰਾ ਸੰਸਾਰ ਸਰੀਰ ਦੇ ਛੁੱਟਣ ਨਾਲ ਛੁੱਟ ਜਾਂਦਾ। ਫਿਰ ਦੁਨੀਆ ਦੇ ਲੋਕਾਂ ਦੀ ਪ੍ਰੀਤ ਵੀ ਇਸ ਸਰੀਰ ਦੇ ਨਾਲ ਹੀ ਹੈ। ਸਰੀਰ ਤੋਂ ਬਾਅਦ ਉਹ ਵੀ ਛੁੱਟ ਜਾਂਦੀ ਹੈ।
ਪਰ ਸਾਡੇ ਸਾਹਿਬ ਦੇ ਗੁਰੂ ਦੇ ਚਰਨਾਂ ਦੀ ਪ੍ਰੀਤ ਇਸ ਸਰੀਰ ਦੇ ਛੁੱਟ ਜਾਣ ਤੋਂ ਬਾਅਦ ਵੀ ਰਹਿੰਦੀ ਹੈ। ਇਸ ਕਰਕੇ ਉਹ ਸੱਚੀ ਹੈ ਔਰ ਪੂਰਨ ਹੈ। ਔਰ ਮੇਰੇ ਸਾਹਿਬ ਦੀ ਜਿਹੜੀ ਮਰਿਆਦਾ ਹੈ, ਰੀਤ ਦਾ ਮਤਲਬ ਹੁੰਦਾ ਮਰਿਆਦਾ। ਸਾਡੇ ਸਤਿਗੁਰਾਂ ਨੇ ਜਿਹੜੀ ਸਾਨੂੰ ਮਰਿਆਦਾ ਦਿੱਤੀ ਹੈ, ਜਿਸ ਨੂੰ ਆਪਾਂ ਰਹਿਤ ਕਹਿੰਦੇ ਹਾਂ, ਰਹਿਤ, ਮਰਿਆਦਾ, ਸੰਜਮ, ਇਹ ਸ਼ਬਦ ਵਰਤੇ ਜਾਂਦੇ। ਰੀਤ ਸਤਿਗੁਰਾਂ ਵੱਲੋਂ ਦਿੱਤੀ ਹੋਈ ਜਿਹੜੀ ਸਾਡੀ ਮਰਿਆਦਾ ਹੈ, ਰੀਤ ਹੈ, ਉਹ ਬੜੀ ਨਿਰਮਲ ਹੈ, ਪਵਿੱਤਰ ਹੈ, ਸ਼ੁੱਧ। ਉਹ ਰੀਤ ਹੋਰ ਸੰਸਾਰ ਦੇ ਮਤਾਂ ਵਿੱਚ, ਹੋਰ ਸੰਸਾਰ ਦੇ ਮਜ਼ਹਬਾਂ ਵਿੱਚ ਨਹੀਂ। ਸਾਨੂੰ ਗੁਰਦੇਵ ਨੇ ਜਿਹੜੀ ਮਰਿਆਦਾ ਦਿੱਤੀ ਹੈ, ਉਹ ਸਾਰੇ ਸੰਸਾਰ ਨਾਲੋਂ ਵਿਲੱਖਣ ਹੈ, ਵੱਖਰੀ, ਨਿਰਾਲੀ। ਮਾਨਸ ਤੋਂ ਦੇਵਤੇ ਬਣਾਉਣ ਦੀ ਮਰਿਆਦਾ ਸਤਿਗੁਰਾਂ ਨੇ ਸਾਨੂੰ ਦਿੱਤੀ ਕਿ ਮਨੁੱਖ ਦੇ ਜਿਨ ਮਾਨਸ ਤੇ ਦੇਵਤੇ ਕੀ ਹੈ। ਦੇਵਤਾ ਉਸ ਨੂੰ ਕਹਿੰਦੇ ਨੇ ਜਿਸ ਅੰਦਰ ਪ੍ਰਕਾਸ਼ ਹੋਵੇ, ਉਹ ਦੇਵਤਾ। ਸਾਡੇ ਅੰਦਰ ਸਤਿਗੁਰਾਂ ਨੇ ਆਪਣੇ ਦਿੱਤੇ ਹੋਏ ਗਿਆਨ ਦਾ ਪ੍ਰਕਾਸ਼ ਕੀਤਾ, ਇਸ ਕਰਕੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ ਸਤਿਗੁਰਾਂ ਨੇ। ਤੋ ਸਤਿਗੁਰਾਂ ਵੱਲੋਂ ਦਿੱਤੀ ਹੋਈ ਜਿਹੜੀ ਮਰਿਆਦਾ ਹੈ, ਇਹ ਨਿਰਮਲ ਹੈ, ਸਾਡੇ ਲਈ ਪਵਿੱਤਰ ਹੈ। ਸੰਤ ਪ੍ਰਸਾਦ ਵਸੈ ਮਨ ਮਾਹੇ, ਸੰਤ ਜਨਾਂ ਦੀ ਕਿਰਪਾ ਨਾਲ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਇਹ ਹਿਰਦੇ ਵਿੱਚ ਵਸਦਾ ਹੈ। ਸੰਤ ਪ੍ਰਸਾਦ ਵਸੈ ਮਨ ਮਾਹੀ, ਸੰਤ ਜਨਾਂ ਦੀ ਕਿਰਪਾ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਇਹ ਹਿਰਦੇ ਵਿੱਚ ਵਸਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੇ, ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ, ਕਿਲ ਵਿਖ। ਕਿਲ ਵਿਖ ਦਾ ਮਤਲਬ ਹੁੰਦਾ ਉਹ ਪਾਪ ਜਿਹੜੇ ਜਾਣ ਬੁੱਝ ਕੇ ਔਰ ਮਿੱਥ ਕੇ ਕੀਤੇ ਗਏ ਹੋਣ, ਜਿਨ੍ਹਾਂ ਨੂੰ ਕਿਹਾ ਜਾਂਦਾ ਅਪਰਾਧ। ਇੱਕ ਭੁੱਲ ਹੁੰਦੀ, ਇੱਕ ਅਪਰਾਧ ਹੁੰਦਾ। ਅਪਰਾਧ ਜਿਹੜਾ ਪਲਾਨ ਤਹਿਤ ਕੀਤਾ ਗਿਆ ਹੋਵੇ, ਜਿਸ ਲਈ ਪਹਿਲਾਂ ਪੂਰਾ ਸੋਚਿਆ ਸਮਝਿਆ ਗਿਆ ਹੋਵੇ ਵੀ ਇਦਾਂ ਕਰਨਾ, ਜਿਸ ਲਈ ਪਹਿਲਾਂ ਪੂਰੀ ਸਾਜ਼ਿਸ਼ ਘੜੀ ਹੋਵੇ, ਉਹਨੂੰ ਕਹਿੰਦੇ ਨੇ ਕਿਲ ਵਿਖ। ਮਿੱਥ ਕੇ ਕਿਸੇ ਦਾ ਬੁਰਾ ਕਰਨਾ, ਮਿੱਥ ਕੇ ਕਿਸੇ ਨਾਲ ਭੈੜਾ ਕੰਮ ਕਰਨਾ, ਉਹਨੂੰ ਕਿਲ ਵਿਖ ਕਹਿੰਦੇ। ਔਰ ਐਸੇ ਕਿਲ ਵਿਖ ਪਤਾ ਨਹੀਂ ਸਾਡੇ ਕੋਲੋਂ ਕਿਤਨੇ ਹੋ ਚੁੱਕੇ ਨੇ। ਜੋ ਹੋ ਚੁੱਕੇ ਨੇ ਉਹ ਜਮਾ ਤਾਂ ਪਏ ਨੇ ਨਾ, ਉਹਨੂੰ ਕਹਿੰਦੇ ਨੇ ਸੰਚਿਤ ਕਰਮ। ਜੋ ਇਸ ਜਨਮ 'ਚ ਹੋਏ ਨੇ ਉਹ ਸੰਚਿਤ ਕਰਮ ਨੇ, ਪਿੱਛੇ ਜਨਮਾਂ 'ਚ ਹੋਏ ਨੇ ਉਹ ਵੀ ਸੰਚਿਤ ਕਰਮ ਨੇ। ਸੁਭਾਵਕ ਵੀ ਹੁੰਦੇ ਨੇ, ਉਹ ਕਿਰਿਆਮਾਨ ਕਰਮ ਨੇ। ਜਿਸ ਵਕਤ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਦਾ ਹੈ, ਤਾਂ ਇਹ ਜਿਤਨੇ ਵੀ ਕੀਤੇ ਹੋਏ ਕਿਲ ਵਿਖ ਨੇ, ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਕੱਟੇ ਜਾਂਦੇ ਨੇ। ਇਹਨਾਂ ਸਾਰੇ ਕਿਲ ਵਿਖਾਂ ਦਾ ਨਾਸ ਹੋ ਜਾਂਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੀ, ਜਨਮਾਂ ਜਨਮਾਂ ਦੇ ਕੀਤੇ ਹੋਏ ਜਿਤਨੇ ਵੀ ਉਹ ਸੰਚਿਤ ਕਰਮ ਨੇ, ਕਿਲ ਵਿਖ ਨੇ, ਪਾਪ ਕਰਮ ਨੇ, ਉਹ ਨਾਮ ਦੀ ਸਾਧਨਾ ਕਰਦਿਆਂ ਚਲੇ ਜਾਂਦੇ ਹਨ। ਕਰ ਕਿਰਪਾ ਪ੍ਰਭ ਦੀਨ ਦਇਆਲਾ, हे ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਜੀ, ਸਾਡੇ ਤੇ ਦਇਆ ਕਰੋ, ਸਾਡੇ ਤੇ ਆਪਣਾ ਤਰਸ ਕਰੋ ਸਤਿਗੁਰੂ ਜੀ। हे ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਰੱਬ ਜੀ, ਸਾਡੇ ਤੇ ਦਇਆ ਕਰੋ।
ਨਾਨਕ ਮੰਗੈ ਸੰਤ ਰਵਾਲਾ। ਕੀ ਦਇਆ ਕਰੋ ਮਹਾਰਾਜ ਕਿ ਅਸੀਂ ਆਪ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਰਵਾਲ ਮੰਗਦੇ ਆਂ, ਧੂੜੀ ਮੰਗਦੇ ਆਂ, ਸਾਨੂੰ ਧੂੜੀ ਬਖਸ਼ੋ ਆਪਣੇ ਪਿਆਰਿਆਂ ਦੀ। ਗੁਰਸਿੱਖਾਂ ਕੀ ਹਰ ਧੂੜ ਦੇ, ਮਹਾਰਾਜ ਤੁਹਾਡੇ ਨਾਮ ਜਪਣ ਵਾਲੇ ਗੁਰਮੁਖਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਸਾਨੂੰ ਬਖਸ਼ੋ। ਸਤਿਪੁਰਸ਼ਾਂ ਦੀ ਬੰਦਗੀ ਵਾਲੀਆਂ ਰੂਹਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ੋ। ਮਹਾਰਾਜ ਇਹ ਤੁਹਾਡੇ ਚਰਨਾਂ ਚੋਂ ਮੰਗਦੇ ਹਾਂ। ਧੂੜ ਤਦੇ ਮਿਲੇਗੀ ਨਾ ਜੇ ਉਹਨਾਂ ਦੀ ਸੰਗਤ ਕਰਾਂਗੇ, ਇਸ ਕਰਕੇ ਸੰਗਤ ਵੀ ਨਾਲ ਮੰਗ ਲਈ ਹੈ। ਮਹਾਰਾਜ ਨਾਮ ਜਪਣ ਵਾਲਿਆਂ ਗੁਰਮੁਖਾਂ ਦਾ ਸਾਨੂੰ ਸੰਗ ਬਖਸ਼ੋ, ਉਹਨਾਂ ਦੇ ਚਰਨਾਂ ਦੀ ਧੂੜ ਪ੍ਰਦਾਨ ਕਰੋ।